प्रभु यीशु मसीह के समर्थी जिंदा जलाली ਉਹਦੇ ਵੱਡੇ ਔਰ ਅਦਭੁਤ ਨਾਮ ਦੇ ਵਿੱਚ ਆਪ ਸਭ ਨੂੰ ਜੈ ਮਸੀਹ ਦੀ ਧੰਨਵਾਦ ਕਰਦੇ ਹਾਂ परमेश्वर ਦਾ कि परमेश्वर ने एक बार फिर ਤੁਹਾਡੇ ਸਭ ਦੇ रूबरू ਹੋਣ ਦਾ ਸਮਾਂ ਦਿੱਤਾ। ਔਰ ਆइए ਅਸੀਂ वचन में चलांगे। तीसरा करैक्टर, दो करैक्टर ਅਸੀਂ ऑलरेडी देख चुके हैं और तीसरा करैक्टर जो ਅਸੀਂ ਅੱਜ ਬਾਈਬਲ ਦੇ ਵਿੱਚੋਂ ਦੇਖਾਂਗੇ। ਆइए ਅਸੀਂ ਕਾਇਤ ਪੜ੍ਹੀਏ परमेश्वर ਦੇ ਪਵਿੱਤਰ ਵਚਨ ਦੇ ਵਿੱਚੋਂ। ਪਹਿਲਾ ਸੈਮੂਅਲ ਉਹਦਾ 21 ਅਧਿਆਇ ਉਹਦਾ 7ਵਾਂ ਵਚਨ। ਉਸ ਦਿਨ ਉੱਥੇ ਸ਼ਾਊਲ ਦੇ ਟਹਿਲੂਆਂ ਵਿੱਚੋਂ ਇੱਕ ਮਨੁੱਖ ਯਹੋਵਾ ਦੇ ਅੱਗੇ ਟਿਕਾਇਆ ਹੋਇਆ ਸੀ। ਉਹਦਾ ਨਾਮ ਅਦੋਮੀ ਦੋਇਗ ਸੀ। ਉਹ ਸ਼ਾਊਲ ਦੇ ਵਾਗੀਆਂ ਦਾ ਚੌਧਰੀ ਸੀ। ਔਰ ਇੱਕ ਵਰਸ ਮੈਂ ਹੋਰ ਪੜੂੰਗਾ। ਪਹਿਲਾ ਸ਼ਮੂਏਲ ਉਹਦਾ 22 ਅਧਿਆਇ ਔਰ ਉਸ ਦਾ 9ਵਾਂ ਵਚਨ। ਤਦ ਦੋਇਗ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਡਿੱਠਾ ਹੈ। ਜਿਹੜੀ ਇਹ ਸਟੋਰੀ ਆ ਇਹ ਅਗਰ ਤੁਸੀਂ ਖੁਦ ਵੀ ਇਸ ਵਚਨ ਨੂੰ ਪੜ੍ਹੋਗੇ ਪਹਿਲਾ ਸ਼ਮੂਏਲ ਉਹਦਾ 21ਵਾਂ ਅਧਿਆਇ ਔਰ 22ਵਾਂ ਅਧਿਆਇ, ਫਿਰ ਤੁਹਾਨੂੰ ਹੋਰ ਕਲੈਰੀਫਿਕੇਸ਼ਨ ਹੋ ਜਾਏਗੀ। ਔਰ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਇਹ ਸਟੋਰੀ ਬਾਰੇ ਦੱਸਣਾ ਚਾਹੁੰਦਾ ਹਾਂ, ਤੀਸਰਾ ਕਰੈਕਟਰ ਦੇ ਬਾਰੇ। ਇਹ ਉਸ ਸਮੇਂ ਦਾ ਵਾਕਿਆ ਹੈ ਜਦੋਂ ਦਾਊਦ ਸ਼ਾਊਲ ਦੇ ਕੋਲੋਂ ਡਰ ਕੇ ਦੌੜ ਰਿਹਾ ਸੀ, ਭੱਜ ਰਿਹਾ ਸੀ, ਆਪਣੇ ਆਪ ਨੂੰ ਲੁਕਾ ਰਿਹਾ ਸੀ। ਔਰ ਕਲਾਮ ਦੇ ਵਿੱਚ ਲਿਖਿਆ ਕਿ ਉਸ ਸਮੇਂ ਜਿਹੜਾ ਦਾਊਦ ਆ ਇਹ ਅਹੀਮਲਕ ਦੇ ਕੋਲ ਉਸ ਤੰਬੂ ਵਿੱਚ ਉਸ ਜਾਜਕ ਦੇ ਕੋਲ ਜਾਂਦਾ ਹੈ ਔਰ ਉਹਦੇ ਕੋਲੋਂ ਕਲਾਮ 'ਚ ਲਿਖਿਆ ਕਿ ਖਾਣ ਵਾਸਤੇ ਕੁਛ ਮੰਗਦਾ ਹੈ ਔਰ ਕੋਈ ਸ਼ਾਸਤਰ ਉਹਦੇ ਕੋਲ ਕੋਈ ਮੰਗਦਾ ਹੈ। ਸ਼ਾਸਤਰ ਮਤਲਬ ਉਹਦੇ ਕੋਲ ਤਲਵਾਰ ਉਹਨੇ ਮੰਗੀ ਵੀ ਤੁਸੀਂ ਹੈ ਕੁਛ ਐਸੀ ਚੀਜ਼ ਹੈ, ਐਸਾ ਸ਼ਾਸਤਰ ਹੈ। ਤਾਂ ਅਹੀਮਲਕ ਨੇ ਕਿਹਾ ਕਿ ਉਹੀ ਸੇਮ ਤਲਵਾਰ ਜਿਹਦੇ ਨਾਲ ਤੁਸੀਂ ਗੋਲੀਅਤ ਨੂੰ ਮਾਰਿਆ ਸੀ ਉਹ ਪਈ ਹੈ, ਤੁਸੀਂ ਉਹ ਲੈ ਕੇ ਜਾ ਸਕਦੇ ਹੋ। ਔਰ ਵਚਨ ਦੇ ਵਿੱਚ ਲਿਖਿਆ, ਕਲਾਮ ਦੇ ਵਿੱਚ ਲਿਖਿਆ ਕਿ ਉਹ ਗੋਲੀਅਤ ਵਾਲੀ ਤਲਵਾਰ ਦੁਬਾਰਾ ਅਹੀਮਲਕ ਜਾਜਕ ਨੇ ਦਾਊਦ ਨੂੰ ਦਿੱਤੀ ਔਰ ਖਾਣ ਵਾਸਤੇ ਰੋਟੀਆਂ ਵੀ ਦਿੱਤੀਆਂ। ਔਰ ਕਲਾਮ ਵਿੱਚ ਲਿਖਿਆ ਕਿ ਫਿਰ ਦਾਊਦ ਉੱਥੋਂ ਚਲਾ ਗਿਆ। ਔਰ ਫਿਰ ਦੁਹਰਾ ਰਿਹਾ ਕਿ ਇਹ ਉਸ ਸਮੇਂ ਦਾ ਵਾਕਿਆ ਜਦੋਂ ਦਾਊਦ ਆਪਣੇ ਸਹੁਰਾ ਸਾਹਿਬ ਸ਼ਾਊਲ ਪਾਤਸ਼ਾਹ ਤੋਂ ਡਰਦੇ ਮਾਰੇ ਦੌੜ ਰਿਹਾ ਸੀ, ਲੁਕ ਰਿਹਾ ਸੀ। ਔਰ ਵਚਨ ਵਿੱਚ ਲਿਖਿਆ, ਅਸੀਂ 22ਵਾਂ ਅਧਿਆਇ ਪਹਿਲਾ ਸ਼ਮੂਏਲ 22ਵਾਂ ਅਧਿਆਇ ਉਹਦਾ 9ਵਾਂ ਵਚਨ ਪੜ੍ਹਿਆ। ਤਦ ਦੋਇਗ ਅਦੋਮੀ ਨੇ ਜੋ ਸ਼ਾਊਲ ਦੇ ਟਹਿਲੂਆਂ ਕੋਲ ਖੜਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਡਿੱਠਾ ਹੈ। ਔਰ ਜਦ ਇਹ ਤੰਬੂ ਵਿੱਚ ਪਰਮੇਸ਼ਵਰ ਦੇ ਜਾਜਕ ਅਹੀਮਲਕ ਕੋਲ ਆਇਆ ਤੇ ਉਸ ਸਮੇਂ ਇਸ ਦੋਇਗ ਅਦੋਮੀ ਸੀਗਾ, ਇਹਨੇ ਦਾਊਦ ਨੂੰ ਦੇਖ ਲਿਆ ਸੀ। ਇਹ ਸਾਰੀ ਵਾਰਤਾਲਾਪ ਆ ਕੇ ਉਹਨੇ ਸਾਊਲ ਪਾਤਸ਼ਾਹ ਨੂੰ ਦੱਸੀ। ਹੁਣ ਆਪਾਂ ਇਸ ਵਚਨ 'ਚ ਅੱਗੇ ਵਧਾਂਗੇ। ਪਹਿਲਾਂ ਆਪਾਂ ਦੋਇਗ ਬਾਰੇ ਇਹਦਾ ਸਾਰੀ ਹਿਸਟਰੀ, ਇਹ ਸਟੱਡੀ ਬਾਰੇ ਜਾਣੀਏ ਕਿ ਇਹ ਦੋਇਗ ਹੈ ਕੌਣ ਸੀ ਔਰ ਕੀ ਸੀ। ਜਿਹੜਾ ਦੋਇਗ ਸੀ ਇਹ ਕੋਈ ਲੰਬੀ ਜ਼ਿਆਦਾ ਵੱਡੀ ਉਮਰ ਨਹੀਂ ਜੀਆ, ਇਹ ਜਵਾਨ ਸੀ ਔਰ 34 ਸਾਲ ਇਹਦੀ ਉਮਰ ਸੀ ਔਰ 34 ਸਾਲ ਵਿੱਚ ਇਹ ਆਪਣੀ ਉਮਰ ਭੋਗ ਕੇ ਮਰ ਗਿਆ। ਜਦੋਂ ਅਸੀਂ ਇਹਦੀ ਹੋਰ ਸਟੱਡੀ ਡੀਪ ਜਾਈਏ ਤਾਂ ਜਿਹੜਾ ਇਹ ਦੋਇਗ ਸੀਗਾ ਇਹ ਵਾਗੀਆਂ ਦਾ ਪਾਤਸ਼ਾਹ ਦੇ ਵਾਗੀਆਂ ਦਾ ਚੌਧਰੀ ਸੀ। ਮਤਲਬ ਕਿ ਜਿਹੜੇ ਚਰਵਾਹੇ ਸੀਗੇ ਉਹਨਾਂ ਉੱਤੇ ਹੈੱਡ ਸੀਗਾ ਇਹ, ਜਿਹੜੇ ਸ਼ਾਊਲ ਪਾਤਸ਼ਾਹ ਦੇ ਚਰਵਾਹੇ ਸੀ ਉਹਨਾਂ ਦਾ ਹੈੱਡ ਸੀਗਾ। ਔਰ ਦੂਸਰਾ ਇਹਦੇ ਨਾਲ ਉਹ ਸ਼ਾਊਲ ਪਾਤਸ਼ਾਹ ਦਾ ਸਲਾਹਕਾਰ ਵੀ ਸੀ। ਔਰ ਤੀਸਰਾ ਇਹ ਤਲਵਾਰਬਾਜੀ ਵਿੱਚ ਬਹੁਤ ਜ਼ਿਆਦਾ ਮਾਹਿਰ ਸੀਗਾ। ਔਰ ਹੋਰ ਅਸੀਂ ਡੀਪ ਜਾਈਏ ਤਾਂ ਇਹ ਜਿਹੜਾ ਦੋਇਗ ਸੀਗਾ ਇਹ ਬਹੁਤ ਕਹਿ ਲਓ ਸਕਾਲਰ ਬੰਦਾ ਸੀ। ਜਿਹੜੇ ਯਹੂਦੀਆਂ ਦੇ ਰੱਬੀਜ਼ ਨੇ, ਇਸਰਾਈਲ ਦੇ ਕਹਿ ਲਓ ਯਹੂਦੀਆਂ ਦੇ ਰੱਬੀਜ਼, ਉਹਨਾਂ ਨੇ ਇਹਨੂੰ ਉਸ ਸਮੇਂ ਦਾ ਗ੍ਰੇਟੈਸਟ ਸਕਾਲਰ ਗਿਣਿਆ ਗਿਆ, ਮੰਨਿਆ ਗਿਆ। ਇੱਕ ਹੁੰਦਾ ਗ੍ਰੇਟ, ਇੱਕ ਹੁੰਦਾ ਗ੍ਰੇਟੈਸਟ। ਔਰ ਗ੍ਰੇਟ ਔਰ ਗ੍ਰੇਟੈਸਟ ਵਿੱਚ ਫਰਕ ਹੈ। ਗ੍ਰੇਟੈਸਟ ਮੀਨਸ ਗ੍ਰੇਟ ਹੁੰਦਾ ਮਹਾਨ ਔਰ ਗ੍ਰੇਟ ਹੁੰਦਾ ਸਭ ਤੋਂ ਮਹਾਨ। ਉਸ ਸਮੇਂ ਦਾ, ਆਪਣੇ ਸਮੇਂ ਦਾ ਇਹਨੂੰ ਮਹਾਨ ਸਕਾਲਰ, ਇੰਟੈਲੀਜੈਂਟ ਕਹਿ ਲਓ ਕਿ ਗਿਣਿਆ ਗਿਆ। ਔਰ ਇਹ ਬੰਦਾ ਇੰਨਾ ਇੰਟੈਲੀਜੈਂਟ ਸੀਗਾ ਕਿ ਜਦੋਂ ਇਹਨੂੰ ਕੋਈ ਵੀ ਕੋਈ ਰਸਮ ਰਿਵਾਜ ਦੇ ਬਾਰੇ, ਯਹੂਦੀਆਂ ਦੇ ਰਸਮ ਰਿਵਾਜ ਬਾਰੇ ਕੋਈ ਸਵਾਲ ਪੁੱਛਦਾ ਸੀ ਜਾਂ ਕਰਦਾ ਸੀ ਤਾਂ ਇਹ ਉਸ ਸਵਾਲ ਦੇ ਵਿੱਚੋਂ 300 ਗੱਲਾਂ ਕੱਢ ਲੈਂਦਾ ਸੀ, 300 ਸਵਾਲ ਪੈਦਾ ਕਰ ਦਿੰਦਾ ਸੀ। ਔਰ ਅਗਰ ਜ਼ਿਆਦਾ ਕਿਸੇ ਨਾਲ ਬਹਿਸ ਕਰਦਾ ਸੀ ਨਾ, ਸਕਾਲਰਸ ਕਹਿੰਦੇ ਨੇ, ਜ਼ਿਆਦਾ ਕਿਸੇ ਨਾਲ ਬਹਿਸ ਕਰਦਾ ਸੀ ਤੇ ਬਹਿਸ ਵਿੱਚ ਕਿਸੇ ਨੂੰ ਜਿੱਤ ਨਹੀਂ ਸੀ ਦਿੰਦਾ, ਇਹ ਲੋਕਾਂ ਦੇ ਪਸੀਨੇ ਛਡਾ ਦਿੰਦਾ ਸੀ। ਔਰ ਹੋਰ ਅਸੀਂ ਡੀਪ ਜਾਂਦੇ ਜਾਈਏ ਤਾਂ ਇਸ ਬੰਦੇ ਨੇ ਸ਼ਾਊਲ ਨੂੰ ਪ੍ਰੂਫ ਕਰਤਾ ਸੀ, ਸ਼ਾਊਲ ਪਾਤਸ਼ਾਹ ਨੂੰ ਪ੍ਰੂਫ ਕਰਤਾ ਸੀ ਕਿ ਜਿਹੜਾ ਦਾਊਦ ਆ ਉਹ ਮੁਆਬੀ ਹੈ। ਤੇ ਇਸੇ ਬੰਦੇ ਨੇ, ਦੋਇਗ ਨੇ, ਸ਼ਾਊਲ ਨੂੰ
ਇੰਨਾ ਕੁ ਕਹਿ ਲਓ ਕਿ ਪੜ੍ਹਾਤਾ ਸੀ ਕਿ ਇੰਨਾ ਕੁ ਉਹਨੂੰ ਪ੍ਰੂਫ ਕਰਤਾ ਸੀਗਾ ਕਿ ਜਿਹੜਾ ਦਾਊਦ ਹੈ ਮੁਆਬੀ ਹੈ ਔਰ ਤੂੰ ਆਪਣੀ ਬੇਟੀ ਮਿਕਲ ਦੀ ਸ਼ਾਦੀ ਉਹਦੇ ਨਾਲ ਕਰਕੇ ਗਲਤ ਕੀਤਾ ਔਰ ਤੂੰ ਪਰਮੇਸ਼ਵਰ ਇਸਰਾਇਲ ਦੇ ਪਰਮੇਸ਼ਵਰ ਦੇ ਅੱਗੇ ਤੂੰ ਬਹੁਤ ਵੱਡਾ ਗੁਨਾਹ ਕੀਤਾ ਆ, ਜਿਹਦੇ ਕਰਕੇ ਇਹਨੇ ਮਿਕਲ ਦੇ ਦਾਊਦ ਦੀ ਸ਼ਾਦੀ ਤੁੜਵਾ ਕੇ ਔਰ ਇਸ ਤੁੜਵਾਤੀ ਸੀ ਔਰ ਉਹਦੀ ਸ਼ਾਦੀ ਸ਼ਾਉਲ ਪਾਸ਼ਾ ਨੇ ਕਿਤੇ ਹੋਰ ਕਰਤੀ ਸੀ। ਔਰ ਜਦੋਂ ਹੋਰ ਅਸੀਂ ਇਹਦੇ ਡੀਪ ਵਿੱਚ ਜਾਈਏ ਤਾਂ ਅੱਗੇ ਲਿਖਿਆ ਕਿ ਜਦੋਂ ਬਾਈਬਲ ਵਿੱਚ ਜਾਂਦੇ ਅਸੀਂ ਫਿਰ ਬਾਈਬਲ ਦੇ ਵਿੱਚ ਮੁੜ ਕੇ ਆਉਂਦੇ ਹਾਂ ਔਰ ਇਹਨੇ ਕੀ ਕੀਤਾ। ਕਲਾਮ 'ਚ ਲਿਖਿਆ ਜਦ ਇਹਨੇ ਆ ਕੇ ਸ਼ਾਉਲ ਪਾਸ਼ਾ ਨੇ ਸਾਰੀ ਵਾਰਤਾਲਾਪ ਦੱਸੀ ਕਿ ਮੈਂ ਦਾਊਦ ਨੂੰ ਪਰਮੇਸ਼ਵਰ ਦੇ ਤੰਬੂ ਦੇ ਵਿੱਚ ਜਾਜਕ ਦੇ ਕੋਲ, ਜਾਜਕ ਅਹੀਮਲਕ ਦੇ ਕੋਲ ਉਹਨੂੰ ਆ ਕੇ ਉਹਨੂੰ ਦੇਖਿਆ ਮੈਂ ਕਿ ਉਹ ਉੱਥੋਂ ਆ ਕੇ ਰੋਟੀਆਂ ਲੈ ਕੇ ਗਿਆ ਔਰ ਆ ਕੇ ਉੱਥੋਂ ਗੋਲੀਅਤ ਦੀ ਤਲਵਾਰ ਵੀ ਲੈ ਕੇ ਗਿਆ। ਆ ਕੇ ਇਹਨੇ ਸਾਰੀ ਵਾਰਤਾਲਾਪ ਜਦੋਂ ਸ਼ਾਉਲ ਪਾਸ਼ਾ ਨੂੰ ਦੱਸੀ ਤੇ ਵਚਨ ਵਿੱਚ ਲਿਖਿਆ ਸ਼ਾਉਲ ਪਾਸ਼ਾ ਨੇ ਅਹੀਮਲਕ ਉਹਦੇ ਸਾਰੇ ਘਰਾਣੇ ਨੂੰ ਬੁਲਾਇਆ ਔਰ ਸੱਦਿਆ ਔਰ ਸਭ ਕੁਝ ਪੁੱਛਿਆ ਵੀ ਤੂੰ ਮੇਰੇ ਵਿਰੁੱਧ ਕਿਉਂ ਦਾਊਦ ਦੇ ਨਾਲ ਰਲਿਆ ਹੋਇਆ। ਤੁਸੀਂ ਵਚਨ 'ਚ ਪੜ੍ਹੀਏ ਨਾ, ਕਲਾਮ 'ਚ ਪੜ੍ਹੀਏ, ਜਦੋਂ ਅਸੀਂ 10ਵੀਂ ਐਤ ਪੜ੍ਹਦੇ ਹਾਂ, ਉਹਦੇ ਲਈ ਉਸਨੇ ਯਹੋਵਾ ਕੋਲੋਂ ਪੁੱਛਿਆ, ਉਹਨੂੰ ਰਾਹ ਦੀ ਰਸ ਦਿੱਤੀ ਅਤੇ ਫਿਲਿਸਤੀ ਗੋਲੀਅਤ ਦੀ ਤਲਵਾਰ ਉਹਨੂੰ ਦਿੱਤੀ। ਤਦ ਪਾਸ਼ਾ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਨੂੰ ਅਤੇ ਉਹਦੇ ਪਿਓ ਦੇ ਸਾਰੇ ਟੱਬਰ ਨੂੰ ਅਤੇ ਉਹਨਾਂ ਜਾਜਕਾਂ ਨੂੰ ਜੋ ਨੋਬ ਵਿੱਚ ਸਨ ਸੱਦ ਘੱਲਿਆ ਅਤੇ ਉਹ ਸਭ ਪਾਸ਼ਾ ਕੋਲ ਆਏ। ਤਦ ਸ਼ਾਉਲ ਨੇ ਆਖਿਆ, ਹੇ ਅਹੀਟੂਬ ਦੇ ਪੁੱਤਰ ਤੂੰ ਸੁਣ। ਉਹ ਬੋਲਿਆ, ਹੇ ਸੁਆਮੀ ਮੈਂ ਹਾਜ਼ਰ ਹਾਂ। ਸ਼ਾਉਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਕਿਉਂ ਏਕਾ ਕੀਤਾ ਹੈ? ਤੂੰ ਜੋ ਉਸ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾ ਕੋਲੋਂ ਪੁੱਛਿਆ ਅਤੇ ਉਹ ਮੇਰੇ ਵਿਰੁੱਧ ਉੱਠੇ ਅਤੇ ਸ਼ਹਿ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ। ਕਲਾਮ 'ਚ ਲਿਖਿਆ ਇਹ ਜਦੋਂ ਬੁਲਾਏ ਗਏ ਪਾਸ਼ਾ ਸ਼ਾਉਲ ਦੇ ਸਾਹਮਣੇ ਇਹ ਪੇਸ਼ ਕੀਤੇ ਗਏ ਔਰ ਲਿਖਿਆ ਕਿ ਸ਼ਾਉਲ ਪਾਸ਼ਾ ਨੇ ਕਿਹਾ ਕਿ ਤੁਸੀਂ ਮੇਰੇ ਵਿਰੁੱਧ ਕਿਉਂ ਇਹ ਸਭ ਕੁਝ ਘੜ ਰਹੇ ਹੋ, ਕਿਉਂ ਇਸ ਜਾਲ ਵਿਛਾ ਰਹੇ ਹੋ? ਤਾਂ ਅਹੀਮਲਕ ਨੇ ਕਿਹਾ ਕਿ ਮੈਂ ਐਸਾ ਪਾਪ ਨਹੀਂ ਕਰ ਸਕਦਾ, ਮੈਂ ਐਸਾ ਪਾਪ ਨਹੀਂ ਕਰ ਸਕਦਾ, ਮੈਂ ਐਸਾ ਗੁਨਾਹ ਨਹੀਂ ਕਰ ਸਕਦਾ, ਮੈਂ ਐਸਾ ਕੁਛ ਨਹੀਂ ਕੀਤਾ ਔਰ ਮੈਂ ਉਹਨੂੰ ਰੋਟੀਆਂ ਦਿੱਤੀਆਂ 'ਚ ਕੋਈ ਸ਼ੱਕ ਨਹੀਂ, ਮੈਂ ਉਹਨੂੰ ਤਲਵਾਰ ਦੀ 'ਚ ਕੋਈ ਸ਼ੱਕ ਨਹੀਂ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਹਾਡੇ ਵਿੱਚ ਔਰ ਦਾਊਦ ਵਿੱਚ ਕੋਈ ਗੜਬੜ ਚੱਲ ਰਹੀ ਹੈ, ਮੈਨੂੰ ਨਹੀਂ ਸੀ ਪਤਾ, ਇਸ ਕਰਕੇ ਮੈਂ ਸਭ ਕੁਝ ਕੀਤਾ। ਔਰ ਜਦੋਂ ਅਸੀਂ 16ਵੀਂ ਤੇ 17ਵੀਂ ਐਚ ਪੜ੍ਹਦੇ ਹੋ ਨਾ, ਕਲਾਮ 'ਚ ਲਿਖਿਆ 17ਵੀਂ ਐਚ ਲਿਖਿਆ, ਫਿਰ ਪਾਤਸ਼ਾਹ ਨੇ ਉਹਨਾਂ ਸਿਪਾਹੀਆਂ ਨੂੰ ਜੋ ਉਹਦੇ ਕੋਲ ਖਲੋਤੇ ਸਨ ਆਗਿਆ ਕੀਤੀ, ਤੁਸੀਂ ਮੁੜੋ ਅਤੇ ਯਹੋਵਾ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ। ਅਤੇ ਉਹਨਾਂ ਨੇ ਜਾਣ ਲਿਆ ਭਾਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖਬਰ ਨਾ ਕੀਤੀ, ਪਰ ਪਾਤਸ਼ਾਹ ਦੇ ਟਹਿਲੂਆਂ ਨੇ ਯਹੋਵਾ ਦੇ ਜਾਜਕਾਂ ਦੇ ਉੱਤੇ ਹੱਥ ਨਾ ਚੁੱਕਿਆ। ਕਲਾਮ 'ਚ ਲਿਖਿਆ ਪਾਤਸ਼ਾਹ ਨੇ ਜਿਹੜੇ ਉਹਦੇ ਕੋਲ ਉਹਦੇ ਸਿਪਾਹੀ ਸੀ, ਜਿਹੜੇ ਉਹਦੇ ਕੋਲ ਟਹਿਲੂ ਸੀ, ਉਹ ਖੜੇ ਸੀ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਨਬੀਆਂ ਨੂੰ, ਜਿਹੜੇ ਅਹੀਮਲਕ ਦੇ ਨਾਲ ਹੋਰ ਵੀ ਨਬੀ ਸੀ, ਇਹਨਾਂ ਨੂੰ ਮਾਰ ਸੁੱਟੋ, ਵੱਢ ਦਿਓ ਇਹਨਾਂ ਨੂੰ। ਔਰ ਕਲਾਮ 'ਚ ਲਿਖਿਆ ਜਿਹੜੇ ਨਬੀ ਉਹਦੇ ਟਹਿਲੂ ਖੜੇ ਸੀ, ਉਹਦੇ ਲਾਗੇ ਖੜੇ ਸੀ, ਉਹਨਾਂ ਨੇ ਉਹਦੀ ਗੱਲ ਨਹੀਂ, ਪਾਤਸ਼ਾਹ ਦੀ ਗੱਲ ਨਹੀਂ ਮੰਨੀ। ਔਰ ਕਲਾਮ 'ਚ ਲਿਖਿਆ ਜਿਹੜੇ ਟਹਿਲੂ ਸੀ, ਇਹ ਇੱਕ ਅਲੱਗ ਸਟੱਡੀ ਹੈ। ਇਹ ਦੋ ਬੰਦੇ, ਇਹਨਾਂ ਦੇ ਬਾਈਬਲ ਦੇ ਵਿੱਚ ਨਾਮ ਨਹੀਂ ਹੈ ਲੇਕਿਨ ਹਿਸਟਰੀ 'ਚ ਇਹਨਾਂ ਦਾ ਨਾਮ ਦਿੱਤਾ ਗਿਆ। ਇੱਕ ਦਾ ਨਾਮ ਐਬਨਰ ਔਰ ਇੱਕ ਦਾ ਨਾਮ ਅਮੱਸਾ ਸੀਗਾ। ਇਹ ਬਾਈਬਲ ਵਿੱਚ ਨਹੀਂ ਲਿਖੇ ਗਏ। ਜਦੋਂ ਹਿਸਟਰੀ ਫੋਲੀਏ ਔਰ ਉਹਦੇ ਵਿੱਚ ਇਹ ਨਾਮ ਦਿੱਤੇ ਗਏ ਨੇ। ਕਲਾਮ 'ਚ ਲਿਖਿਆ ਇਹਨਾਂ ਨੇ ਅਹੀਮਲਕ ਨੂੰ ਔਰ ਬਾਕੀ ਜਾਜਕਾਂ ਨੂੰ ਮਾਰਨ ਤੋਂ ਨਾ ਕੀਤੀ। ਔਰ ਫਿਰ ਕਲਾਮ 'ਚ ਲਿਖਿਆ ਉੱਥੇ ਦੋਏਗ ਖੜਾ ਸੀ। ਦੋਏਗ ਅਦੋਮੀ ਨੂੰ ਪਾਤਸ਼ਾਹ ਨੇ ਕਿਹਾ ਕਿ ਤੂੰ ਇਹਨਾਂ ਨਬੀਆਂ ਨੂੰ ਵੱਢ ਸੁੱਟ, ਇਹਨਾਂ ਨਬੀਆਂ ਨੂੰ ਮਾਰ ਦੇ। ਤੇ ਕਲਾਮ 'ਚ ਲਿਖਿਆ ਫਿਰ ਦੋਏਗ ਨੇ ਇਹ ਸੁਣ ਕੇ ਪਾਤਸ਼ਾਹ ਦੇ ਹੁਕਮ ਮੰਨ ਕੇ ਤੇ ਕਲਾਮ 'ਚ ਲਿਖਿਆ 85 ਜਾਜਕਾਂ ਨੂੰ 85। ਇਹ ਤੁਸੀਂ ਪੜ੍ਹੋਗੇ ਨਾ ਅਗਲੀਆਂ ਤਾਂ 18ਵੀਂ ਐਤ 19ਵੀਂ ਐਤ ਪੜ੍ਹੋਗੇ ਔਰ 20ਵਾਂ ਵਚਨ ਪੜ੍ਹੋਗੇ ਤੇ ਕਲਾਮ 'ਚ ਇੱਥੇ ਗਿਣਤੀ ਲਿਖੀ ਗਈ ਹੈ। ਜਦੋਂ ਅਸੀਂ ਪੜ੍ਹਦੇ ਹਾਂ ਨਾ 19ਵੀਂ ਐਤ ਤਾਂ ਕਲਾਮ 'ਚ ਲਿਖਿਆ ਅਤੇ ਜਾਜਕਾਂ ਦੇ ਸ਼ਹਿਰ ਨੂੰ ਉਸਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਉਹਦੇ ਮਨੁੱਖ, ਤੀਵੀਆਂ, ਬਾਲਕਾਂ, ਦੁੱਧ ਚੁੰਗਦੇ ਬੱਚਿਆਂ ਅਤੇ ਬਲਦਾਂ, ਖੋਤਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ। ਔਰ ਇਹ ਵਚਨ 'ਚ ਲਿਖਿਆ ਕਿ 85 ਜਾਜਕਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੀਆਂ ਔਰਤਾਂ ਨੂੰ, ਉਹਨਾਂ ਦੀਆਂ ਬੇਟੀਆਂ ਨੂੰ, ਔਰ ਕਲਾਮ 'ਚ ਲਿਖਿਆ ਦੁੱਧ ਚੁੰਗਦੇ ਬੱਚਿਆਂ ਨੂੰ ਇਸ ਦੋਏਗ ਨੇ ਆਪਣੀ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ। ਜਿਹੜੀ ਸਭ ਤੋਂ ਪਹਿਲੀ ਗਲਤੀ ਜਿਹੜੀ ਦੋਏਗ ਨੇ ਕੀਤੀ, ਉਹ ਆ ਕੇ ਜਦੋਂ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਜਦੋਂ ਪਾਤਸ਼ਾਹ ਸ਼ਾਉਲ ਦੇ ਕੋਲ ਆਇਆ, ਜਿਹੜੀ ਪਹਿਲੀ ਗਲਤੀ ਕੀਤੀ ਔਰ ਉਹਨੇ ਕਿਹਾ ਕਿ ਮੈਂ ਦਾਊਦ ਨੂੰ ਅਹੀਮਲਕ ਜਾਜਕ ਕੋਲ ਵੇਖਿਆ ਤੇ ਉਹਨੇ ਪ੍ਰਾਰਥਨਾ ਕੀਤੀ ਔਰ ਪਰਮੇਸ਼ਵਰ ਕੋਲੋਂ ਪੁੱਛਿਆ
ਤੇ ਪੁੱਛ ਕੇ ਤੇ ਫਿਰ ਦਾਊਦ ਨੂੰ ਉੱਤਰ ਦਿੱਤਾ। ਇਹ ਤੁਹਾਨੂੰ 9ਵੀਂ ਤੇ 10ਵੀਂ ਆਇਤ ਵਿੱਚ ਤੁਹਾਨੂੰ ਮਿਲੂਗਾ। ਪਰ ਕਲਾਮ 'ਚ ਲਿਖਿਆ, ਵਚਨ ਵਿੱਚ ਲਿਖਿਆ, ਅਹੀਮਲਕ ਨੇ ਨਾ ਉੱਥੇ ਪ੍ਰਾਰਥਨਾ ਕੀਤੀ ਸੀ, ਅਹੀਮਲਕ ਨੇ ਨਾ ਪਰਮੇਸ਼ਰ ਤੋਂ ਪੁੱਛਿਆ ਸੀ। ਸਿੰਪਲੀ ਦਾਊਦ ਦੇ ਕੋਲ ਆਇਆ, ਉਹਨੇ ਕਿਹਾ ਕਿ ਮੈਨੂੰ ਤਲਵਾਰ ਦੀ ਲੋੜ ਹੈ, ਮੇਰੇ ਕੋਲ ਕੁਛ ਹੈ ਨਹੀਂ ਔਰ ਮੈਂ ਜਲਦੀ ਆ ਗਿਆ ਔਰ ਮੈਨੂੰ ਕੁਛ ਖਾਣ ਨੂੰ ਵੀ ਦੇ। ਉਹਨੇ ਬਸ ਸਬੈਕੀ ਜਿੱਦਾਂ ਵੀ ਇਹ ਬਸ ਇਹ ਰਾਜੇ ਦਾ ਬੰਦਾ ਜਾਂ ਰਾਜੇ ਦਾ ਜਵਾਈ ਹੈ ਉਹ ਸਮਝ ਕੇ ਉਹਨੂੰ ਰੋਟੀਆਂ ਵੀ ਦੇਤੀਆਂ, ਤਲਵਾਰ ਵੀ ਦੇਤੀਆਂ। ਪਰ ਇਸ ਦੋਏਗ ਬੰਦਾ ਉੱਥੇ ਸੀ, ਦੋਏਗ ਨੇ ਆ ਕੇ ਪਾਤਸ਼ਾਹ ਨੂੰ ਵਧਾ ਚੜਾ ਕੇ ਦੱਸਿਆ ਕਿਹਾ ਕਿ ਇਹ ਅਭੀ ਅਹੀਮਲਕ ਨੇ ਪਰਮੇਸ਼ਵਰ ਕੋਲੋਂ ਪੁੱਛ ਕੇ ਦਾਊਦ ਨੂੰ ਦੱਸਿਆ। ਪਹਿਲੀ ਗਲਤੀ ਕੀਤੀ, ਇਹਨੇ ਝੂਠ ਮਾਰਿਆ ਔਰ ਪਰਮੇਸ਼ਵਰ ਦੇ ਜੱਜ ਕੀਤੇ ਨੇ ਦੋਸ਼ ਲਾਇਆ। ਦੂਸਰੀ ਗੱਲ ਜਿਹੜੀ ਇਹਨੇ ਸਭ ਤੋਂ ਵੱਡਾ ਪਾਪ ਕੀਤਾ, ਗੁਨਾਹ ਕੀਤਾ, ਕਲਾਮ 'ਤੇ ਲਿਖਿਆ ਕਿ ਇਹਨੇ ਪਰਮੇਸ਼ਵਰ ਦੇ ਜਾਜਕਾਂ ਦੇ ਉੱਤੇ, ਖੁਦਾ ਦੇ ਦਾਸਾਂ ਉੱਤੇ ਇਹਨੇ ਹੱਥ ਚੁੱਕਿਆ ਔਰ ਆਪਣੀ ਤਲਵਾਰ ਦੇ ਨਾਲ ਖੁਦਾ ਦੇ ਦਾਸਾਂ ਨੂੰ, ਜਾਜਕਾਂ ਨੂੰ, ਉਹਦੇ ਬੱਚਿਆਂ ਨੂੰ, ਔਰਤਾਂ ਨੂੰ, ਦੁੱਧ ਚੁੱਕਦੇ ਬੱਚਿਆਂ ਨੂੰ ਔਰ ਕਲਾਮ 'ਤੇ ਲਿਖਿਆ ਭੇਡਾਂ ਨੂੰ, ਖੁਦ ਜਿੰਨੇ ਵੀ ਜਾਨਵਰਾਂ ਨੂੰ ਵੱਢ ਸੁੱਟਿਆ। ਇਹ ਸਭ ਤੋਂ ਵੱਡੀ ਗਲਤੀ ਸੀ ਇਹਦੀ। ਔਰ ਇਹ ਸਭ ਕੁਛ ਇਹਨੇ ਕਿਉਂ ਕੀਤਾ? ਕਿਉਂਕਿ ਇਹ ਜਦੋਂ ਅਸੀਂ ਪੂਰਾ ਇਹਦਾ ਕਰੈਕਟਰ ਦੀ ਛਾਣਬੀਣ ਕਰੀਏ ਨਾ, ਇਹ ਬੰਦਾ ਇਹਦੇ ਵਿੱਚ ਇਹ ਜਲਸਬਾਜ਼ੀ ਬਹੁਤ ਕਰਦਾ ਸੀ। ਦੋਏਗ ਇਹ ਜਲਸਬਾਜ਼ੀ ਬਹੁਤ ਕਰਦਾ ਸੀ ਔਰ ਇੱਕ ਕ੍ਰੈਡਿਟ ਸੀਕਰ ਸੀਗਾ। ਤੇ ਥਰਡ, ਇਹ ਲੂਤੀ ਖੋਰ ਸੀਗਾ। ਇਹ ਜਿਹੜੀਆਂ ਇਹਦੇ ਵਿੱਚ ਇਹ ਜਿਹੜੀਆਂ ਕਮੀਆਂ ਸੀਗੀਆਂ। ਔਰ ਵਚਨ ਵਿੱਚ, ਕਲਾਮ ਵਿੱਚ ਅਸੀਂ ਧਿਆਨ ਨਾਲ ਜਦੋਂ ਪੜ੍ਹੀਏ ਔਰ ਹਿਸਟਰੀ ਨੂੰ ਚੰਗੀ ਤਰ੍ਹਾਂ ਖੋਲੀਏ ਤਾਂ ਇਹ ਬੰਦਾ ਇਹ ਜਲਸਬਾਜ਼ੀ ਕਰਕੇ ਕ੍ਰੈਡਿਟ ਸੀਕਰ ਸੀਗਾ, ਕ੍ਰੈਡਿਟ ਲੈਣ ਵਾਸਤੇ, ਔਰ ਇਹ ਲੂਤੀ ਖੋਰੇ ਦੀ ਚੱਲਦੀ ਰਹਿੰਦੀ ਸੀ। ਪਰ ਹੈ ਇਹ ਬੰਦਾ ਇੰਟੈਲੀਜੈਂਟ ਬਹੁਤ ਸੀਗਾ। ਔਰ ਇਹਦੇ ਨਾਲ ਇਹ ਕੀ ਕਰਦਾ ਸੀਗਾ, ਸ਼ਾਉਲ ਪਾਤਸ਼ਾਹ ਦੇ ਕੋਲ ਜਾ ਕੇ ਦਾਊਦ ਦੀ ਬੜੋਤਰੀ ਕਰਦਾ ਸੀ ਵੀ ਕੋਈ ਵੀ ਗੱਲ ਕਰ ਵੀ ਦਾਊਦ ਵਰਗਾ ਕੋਈ ਯੋਧਾ ਨਹੀਂ ਜੀ, ਦਾਊਦ ਵਰਗੀ ਕੋਈ ਤਲਵਾਰਬਾਜ਼ੀ ਨਹੀਂ ਕਰ ਸਕਦਾ। ਇਹ ਗੱਲਾਂ ਜਾਣਬੁੱਝ ਕੇ ਸ਼ਾਉਲ ਕੋਲ ਕਰਦਾ ਸੀ ਕਿਉਂਕਿ ਸ਼ਾਉਲ ਨੂੰ ਗੁੱਸਾ ਚੜੇ, ਸ਼ਾਉਲ ਅੰਦਰ ਜਲਸ ਆਵੇ ਔਰ ਇਹਨਾਂ ਦੇ ਆਪਸ ਵਿੱਚ ਜਿਹੜੇ ਸਬੰਧ ਆ ਉਹਦੇ ਵਿਰੋਧ ਵਿੱਚ ਕਰਨ ਵਾਸਤੇ, ਦਾਊਦ ਦੇ ਵਿਰੋਧ ਵਿੱਚ ਸ਼ਾਉਲ ਨੂੰ ਕਰਨ ਵਾਸਤੇ ਇਹ ਗੱਲਾਂ ਜਾਣਬੁੱਝ ਕੇ ਕਰਦਾ ਸੀ। ਔਰ ਇਹ ਐਸਾ ਇਹਦਾ ਕਰੈਕਟਰ ਸੀਗਾ। ਔਰ ਵਚਨ ਵਿੱਚ, ਕਲਾਮ 'ਚ ਲਿਖਿਆ ਕਿ ਪਹਿਲੀ ਗੱਲ ਜਿੱਦਾਂ ਮੈਂ ਆਲਰੇਡੀ ਦੱਸ ਚੁੱਕਾ ਕਿ ਇਹਨੇ ਸ਼ਾਉਲ ਪਾਤਸ਼ਾਹ ਕੋਲ ਆ ਕੇ ਝੂਠ ਬੋਲਿਆ, ਇੱਕ ਗਲਤ ਦੋਸ਼ ਲਾਇਆ ਅਹੀਮਲਕ ਜਾਜਕ ਉੱਤੇ। ਔਰ ਦੂਸਰਾ ਜਿਹੜਾ ਸਭ ਤੋਂ ਕਹਿ ਲਓ ਐਬੋਮੀਨੇਬਲ ਜਿਹੜੀ ਚੀਜ਼ ਹੈ, ਜਿਹੜਾ ਅਗਲੀ ਚੀਜ਼ ਇਹਨੇ ਕੀਤੀ, ਬਹੁਤ ਭੈੜੀ ਚੀਜ਼ ਜਿਹੜੀ ਕੀਤੀ, ਬਹੁਤ ਵੱਡੀ ਗਲਤੀ ਕੀਤੀ, ਉਹ ਇਹ ਕੀਤੀ ਕਿ ਇਹਨੇ ਪਰਮੇਸ਼ਵਰ ਦੇ ਦਾਸਾਂ ਉੱਤੇ ਹੱਥ ਚੁੱਕਿਆ। ਪਰਮੇਸ਼ਵਰ ਨੇ ਦਾਸ ਇਹਨੇ ਕਤਲ ਕਰ ਦਿੱਤੇ। ਔਰ ਜਦੋਂ ਵਚਨ 'ਚ ਪੜ੍ਹਿਆ ਨਾ, ਕਲਾਮ 'ਚ ਲਿਖਿਆ ਜਦੋਂ ਇਹਨਾਂ ਨੇ ਕਤਲ ਕੀਤਾ ਉਹ 'ਚੋਂ ਇੱਕੋ ਬੰਦਾ ਬਚਿਆ, ਉਹਦਾ ਨਾਮ ਲਿਖਿਆ ਅਬਜਾਥਾਰ। ਅਬਜਾਥਾਰ ਜਿਹੜਾ ਸੀਗਾ, ਇਹ ਜਦੋਂ ਤੁਸੀਂ 20ਵੀਂ ਆਇਤ ਪੜ੍ਹੋਗੇ ਨਾ, ਅਤੇ ਅਹੀਟੂਬ ਦੇ ਪੁੱਤਰ ਅਹੀਮਲਕ ਦੇ ਪੁੱਤਰਾਂ ਵਿੱਚੋਂ ਇੱਕ ਜਣਾ ਜਿਹਦਾ ਨਾਮ ਅਬਜਾਥਾਰ ਸੀ, ਇਹ ਅਹੀਮਲਕ ਦਾ ਬੇਟਾ ਸੀ। ਇੱਕ ਬੰਦਾ ਨਿਕਲ ਕੇ ਜਾਨ ਬਚਾ ਕੇ ਨਿਕਲਿਆ ਤੇ ਕਲਾਮ 'ਚ ਲਿਖਿਆ ਦਾਊਦ ਕੋਲ ਆ ਕੇ ਆ ਪਹੁੰਚਿਆ ਤੇ ਦਾਊਦ ਨੂੰ ਸਾਰੀ ਜਿਹੜੀ ਇਹ ਸਟੋਰੀ, ਸਾਰਾ ਜੋ ਕੁਝ ਬੀਤਿਆ ਆ ਕੇ ਦਾਊਦ ਨੂੰ ਦੱਸਿਆ। ਤੇ ਫਿਰ 22ਵੇਂ ਵਚਨ ਵਿੱਚ ਲਿਖਿਆ, ਜਦੋਂ ਆ ਕੇ ਦੱਸਿਆ, ਉਹਨੇ ਕਿਹਾ ਜਿੱਦਣ ਮੈਂ ਅਹੀਮਲਕ ਕੋਲ, ਜਾਜਕ ਕੋਲ ਤਲਵਾਰ ਲੈਣ ਵਾਸਤੇ ਗਿਆ ਸੀ ਔਰ ਰੋਟੀ ਮੰਗਣ ਵਾਸਤੇ ਗਿਆ ਸੀ, ਔਰ ਉੱਥੇ ਮੈਂ ਇਸ ਬੰਦੇ ਨੂੰ ਦੋਏਗ ਨੂੰ ਦੇਖਿਆ ਸੀ ਤੇ ਮੈਂ ਉਦੋਂ ਹੀ ਸਮਝ ਲਿਆ ਸੀ ਵੀ ਕੁਛ ਨਾ ਕੁਛ ਗੜਬੜ ਜ਼ਰੂਰ ਹੋਏਗੀ, ਕੁਛ ਨਾ ਕੁਛ ਗਲਤ ਹੋਣ ਵਾਲਾ ਆ। ਔਰ ਇਹ ਮੈਂ ਤੁਹਾਡੇ ਵਾਸਤੇ 22ਵਾਂ ਵਚਨ ਪੜ੍ਹੂੰਗਾ ਤਾਂ ਹੋਰ ਵੀ ਕਲੀਅਰ। ਦਾਊਦ ਨੇ ਅਬਜਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸਾਂ ਜਾਂ ਉਦੋਮੀ ਦੋਏਗ ਉੱਥੇ ਸੀ, ਭਾਈ ਇਹ ਜ਼ਰੂਰ ਸ਼ਾਉਲ ਨੂੰ ਖਬਰ ਦੱਸੇਗਾ, ਤੇਰੇ ਪਿਓ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ। ਉਹਨੇ ਕਿਹਾ ਵੀ ਜੇ ਇਹ ਸਭ ਕੁਝ ਬੀਤਿਆ, ਜੇ ਤੇਰੇ ਪਿਤਾ ਨੂੰ ਵੱਢਿਆ ਗਿਆ ਜਾਂ ਤੇਰੇ ਘਰਾਣੇ ਬਾਕੀ ਭੈਣਾਂ ਭਰਾਵਾਂ ਨੂੰ ਵੱਢਿਆ ਜਾਂ ਬਾਕੀ ਜਾਜਕਾਂ ਨੂੰ ਵੱਢਿਆ, ਉਹਦਾ ਮੁੱਢ ਮੈਂ ਹਾਂ। ਕਿਉਂਕਿ ਜਿੱਦਣ ਮੈਂ ਅਹੀਮਲਕ ਕੋਲ ਗਿਆ ਇਹ ਬੰਦਾ ਉੱਥੇ ਸੀ, ਮੈਂ ਉਦੋਂ ਹੀ ਭਣਕ ਲੱਗ ਗਈ ਸੀ ਵੀ ਕੁਛ ਨਾ ਕੁਛ ਗੜਬੜ ਹੋਏਗੀ। ਇਸ ਕਰਕੇ ਇਹ ਦੋਏਗ ਨੇ ਸਭ ਕੁਝ ਕੀਤਾ। ਹੁਣ ਸਵਾਲ ਇਹ ਹੈ ਕਿ ਦੋਏਗ ਜਿਹੜਾ ਸੀਗਾ, ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਇਹਦਾ ਨਾਮ ਪੁਰਾਣੇ ਨਿਯਮ ਦੇ ਅਨੁਸਾਰ ਜੀਵਨ ਦੀ ਪੋਥੀ ਵਿੱਚ ਹੈਗਾ ਸੀ, ਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਕਿ ਨਹੀਂ ਇਹਦਾ ਨਾਂ ਕੱਟਿਆ ਗਿਆ। ਮਤਲਬ ਇਹ ਹੈ, ਹੁਣ ਇਸ ਸਟੋਰੀ ਸਾਰੀ ਮੈਂ ਸ਼ਾਰਟਕਟ ਦੱਸਿਆ, ਇਹ ਬੜਾ ਅੱਛਾ ਵਚਨ ਸੀਗਾ ਔਰ ਬਹੁਤ ਜੇ ਅਗਰ ਆਪਾਂ ਵਿਸਥਾਰ ਨਾਲ ਵੇਖਦੇ ਘੱਟੋ ਘੱਟ ਘੰਟਾ ਡੇਢ ਘੰਟਾ ਤੇ ਸਟੱਡੀ ਆਪਾਂ ਆਰਾਮ ਨਾਲ ਕਰ ਸਕਦੇ ਹਾਂ, ਪਰ ਤੁਹਾਨੂੰ ਸ਼ਾਰਟ ਵਿੱਚ ਸਮਝਾਉਣ ਦੇ ਲਈ ਔਰ ਮੈਂ ਇਸ ਚੀਜ਼ ਨੂੰ ਲਿਆ। ਔਰ ਤੁਸੀਂ ਖੁਦ ਜਦੋਂ 21ਵਾਂ ਚੈਪਟਰ ਉਹਦਾ 22ਵਾਂ ਚੈਪਟਰ ਪਹਿਲਾਂ ਸਿਮਲ ਪੜ੍ਹੋਗੇ ਤੁਹਾਨੂੰ ਸਮਝ ਆ ਜਾਏਗੀ। ਹੁਣ ਗੱਲ ਇਹ ਮੁੱਕਦੀ ਹੈ ਕਿ
ਕਿੱਦਾਂ ਕਹਿ ਸਕਦੇ ਕਿ ਇਹਦਾ ਜੀਵਨ ਦੀ ਪੋਥੀ ਵਿੱਚੋਂ ਨਾਂ ਕੱਟਿਆ ਗਿਆ। ਇੱਕ ਅੱਜ ਤੇ ਮੇਰੇ ਨਾਲ ਕੱਢੋ ਤੁਸੀਂ ਜ਼ਬੂਰਾਂ ਦੀ ਪੋਥੀ ਉਹਦਾ 52 ਅਧਿਆਏ, ਜ਼ਬੂਰਾਂ ਦੀ ਪੋਥੀ ਉਹਦਾ 52 ਅਧਿਆਏ ਉਹਦਾ 5ਵਾਂ ਵਚਨ। ਪਰਮੇਸ਼ਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ ਕੇ ਤੇਰੇ ਤੰਬੂ ਵਿੱਚੋਂ ਉਖੇੜ ਛੱਡੇਗਾ ਅਤੇ ਜਿਉਣ ਦੀ ਧਰਤੀ ਵਿੱਚੋਂ ਤੇਰੀ ਜੜ ਪੁੱਟ ਦੇਵੇਗਾ। ਹੁਣ ਇਹ ਕਲੀਅਰ ਇਸ ਕਰਕੇ ਹੁੰਦਾ, ਜੇ ਤੁਸੀਂ 52 ਅਧਿਆਏ 52 ਜ਼ਬੂਰ ਉਹਦੀ ਉੱਪਰਲਾ ਹੈਡਿੰਗ ਪੜ੍ਹੋਗੇ ਨਾ, ਉੱਥੇ ਸਾਫ਼ ਲਿਖਿਆ ਸੁਰਪਤੀ ਲਈ ਦਾਊਦ ਦੀ ਕਾਫੀ ਜਦ ਦੋਏ ਗਦੋਮੀ ਨੇ ਆ ਕੇ ਸ਼ਾਉਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਆਇਆ ਹੈ। ਉਹਦਾ ਉੱਪਰਲਾ ਹੈਡਿੰਗ ਇਹ ਹੈ। ਇਸ ਕਰਕੇ ਕਲਾਮ 'ਚ ਲਿਖਿਆ ਕਿ ਪਰਮੇਸ਼ਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, ਉਹ ਤੈਨੂੰ ਫੜ ਕੇ ਤੇਰੇ ਤੰਬੂ ਵਿੱਚੋਂ ਖੇਡ ਛੱਡੇਗਾ ਤੇ ਜਿਉਣ ਦੀ ਧਰਤੀ ਵਿੱਚੋਂ ਤੇਰੀ ਜੜ ਪੁੱਟ ਛੱਡੇਗਾ। ਹੁਣ ਜਿਉਣ ਦੀ ਧਰਤੀ ਕਿਹੜੀ ਹੈ? ਜਿਉਣ ਦੀ ਧਰਤੀ ਹੈ ਜਿਹੜਾ ਸਦੀਪਕ ਜਿਉਣ ਹੈ। ਜਿਉਣ ਦੀ ਧਰਤੀ ਇਹ ਇੱਥੇ ਸਦਾ ਦਾ ਜੀਵਨ ਨਹੀਂ ਹੈ ਧਰਤੀ ਤੇ। ਜਿਉਣ ਦੀ ਧਰਤੀ ਤੋਂ ਤੇਰੀ ਜੜ ਪੁੱਟ ਛੱਡੇਗਾ। ਔਰ ਕਲਾਮ 'ਚ ਲਿਖਿਆ ਇਹੀ ਵਰਸ ਤੁਸੀਂ ਧਿਆਨ ਨਾਲ ਸਟੱਡੀ ਕਰੋਗੇ, ਇਹਨੂੰ ਅੱਛੀ ਤਰ੍ਹਾਂ ਖੰਗਾਲੋਗੇ ਤੇ ਤੁਹਾਨੂੰ ਸਮਝ ਆਏਗਾ ਇਹ ਜਿਉਣ ਦੀ ਧਰਤੀ ਕਿਹੜੀ ਸੀ। ਔਰ ਜੇ ਤੁਸੀਂ ਸਮਝ ਚੁੱਕੇ ਹੋ ਤਾਂ ਅੱਛੀ ਗੱਲ ਹੈ। ਅਗਰ ਇਹ 'ਚ ਡੀਪਲੀ ਹੋਰ ਸਟੱਡੀ ਕਰਨਾ ਚਾਹੁੰਦੇ ਹੋ, ਪੁੱਛਣਾ ਚਾਹੁੰਦੇ ਹੋ, ਵੈਨ ਐਵਰ ਯੂ ਵਾਂਟ ਟੂ ਜਸਟ ਕਮ ਟੂ ਮੀ, ਤੁਸੀਂ ਮੇਰੇ ਕੋਲ ਆਓ, ਮੈਂ ਤੁਹਾਨੂੰ ਡਿਟੇਲ 'ਚ ਸਭ ਕੁਝ ਦੱਸ ਸਕਦਾ। ਔਰ ਖੁਦਾ ਤੁਹਾਨੂੰ ਬਲੈਸ ਕਰੇ। ਇਸ ਕਰਕੇ ਇਹਨਾਂ ਗਲਤੀਆਂ ਕਰਕੇ ਜਿਹਦੇ ਕਰਕੇ ਇਹਦਾ ਨਾਮ ਜੀਵਨ ਦੀ ਪੋਥੀ ਦੇ ਵਿੱਚੋਂ ਕੱਟ ਦਿੱਤਾ ਗਿਆ, ਕਿਉਂਕਿ ਬਹੁਤ ਖਤਰਨਾਕ ਬੰਦਾ ਸੀ ਔਰ ਹੈ ਬਹੁਤ ਇੰਟੈਲੀਜੈਂਟ ਸੀ। ਹੁਣ ਮੈਂ ਇਹ ਵੀ ਕਹਿ ਸਕਦਾ ਹਰ ਇੱਕ ਇੰਟੈਲੀਜੈਂਟ ਬੰਦਾ ਅੱਛਾ ਵੀ ਨਹੀਂ ਹੁੰਦਾ। ਇਸ ਕਰਕੇ ਬੀ ਕੇਅਰਫੁਲ। ਇਹ ਨਹੀਂ ਵੀ ਤੁਸੀਂ ਕਹੋ ਵੀ ਉਹ ਬੜਾ ਸਮਝਦਾਰ ਹੈ ਜੀ, ਬੜਾ ਇੰਟੈਲੀਜੈਂਟ ਹੈ, ਪਰ ਇੰਟੈਲੀਜੈਂਟ ਬੰਦਾ ਇਹ ਨਹੀਂ ਵੀ ਹਰ ਇੱਕ ਇੰਟੈਲੀਜੈਂਟ ਬੰਦਾ ਸਮਝਦਾਰ ਹੋਏਗਾ ਜਾਂ ਬੁੱਧੀਮਾਨ ਹੋਏਗਾ। ਇੰਟੈਲੀਜੈਂਟ ਹੋਣਾ ਇੱਕ ਵੱਖਰੀ ਗੱਲ ਹੈ, ਬੁੱਧੀਮਾਨ ਹੋਣਾ ਇੱਕ ਵੱਖਰੀ ਗੱਲ ਹੈ। ਔਰ ਇੰਟੈਲੀਜੈਂਸੀ ਵਿੱਚ ਔਰ ਬੁੱਧੀਮਾਨੀ ਵਿੱਚ ਫਰਕ ਹੈ। ਔਰ ਕਲਾਮ 'ਚ ਵਚਨ ਵਿੱਚ ਇਹ ਥੋੜ੍ਹੀ ਲਿਖਿਆ ਕਿ ਜਿਸ ਨੂੰ ਇੰਟੈਲੀਜੈਂਟੀ ਦਾ ਘਾਟਾ ਮੇਰੇ ਕੋਲੋਂ ਮੰਗੇ, ਜਾਂ ਲਿਖਿਆ ਵਿਜ਼ਡਮ ਲਿਖਿਆ। ਵਿਜ਼ਡਮ ਹੁੰਦਾ ਬੁੱਧ, ਜਿਹਨੂੰ ਬੁੱਧ ਦਾ ਘਾਟਾ ਉਹ ਮੇਰੇ ਕੋਲੋਂ ਮੰਗੇ। ਤਾਂ ਜਿਹੜਾ ਬੁੱਧੀਮਾਨ ਹੋਣਾ ਸਾਨੂੰ ਜ਼ਰੂਰੀ ਹੈ। ਔਰ ਇਸ ਕਰਕੇ ਇਹ ਇੰਟੈਲੀਜੈਂਟ ਬਹੁਤ ਸੀਗਾ। ਔਰ ਈਵਨ ਲਿਖਿਆ ਕਿ ਰੱਬੀਜ਼ ਨੇ ਇਹਨੂੰ ਆਪਣੇ ਟਾਈਮ ਦਾ ਸਕਾਲਰ ਗ੍ਰੇਟੈਸਟ ਸਕਾਲਰ ਇਹਨੂੰ ਮੰਨਦੇ ਆ। ਔਰ ਇਸ ਕਰਕੇ ਇਹ ਗਲਤੀਆਂ ਕਰਕੇ ਸਭ ਤੋਂ ਪਹਿਲੀ ਗਲਤੀ ਜਿਹੜੀ ਇਹਨੇ ਕੀਤੀ, ਉਹ ਇਹਨੇ ਆ ਕੇ ਪਾਤਸ਼ਾਹ ਨਾਲ ਝੂਠ ਬੋਲਿਆ, ਜਾਜਕ ਦੇ ਉੱਤੇ ਦੋਸ਼ ਲਾਇਆ। ਦੂਸਰੀ ਗੱਲ, ਸਭ ਤੋਂ ਵੱਡੀ ਗਲਤੀ ਜਿਹੜੀ ਇਹਨੇ ਕੀਤੀ, ਇਹਨੇ ਲਿਖਿਆ ਕਲਾਮ 'ਚ ਲਿਖਿਆ ਕਿ ਇਹਨੇ ਜਾਜਕਾਂ ਉੱਤੇ ਹੱਥ ਚੁੱਕਿਆ, ਆਪਣੀ ਤਲਵਾਰ ਦੇ ਨਾਲ ਉਹਨਾਂ ਦੇ ਬੱਚਿਆਂ ਨੂੰ ਤੇ ਬਾਕੀ ਜਾਜਕਾਂ ਨੂੰ, ਉਹਨਾਂ ਦੀਆਂ ਔਰਤਾਂ ਨੂੰ ਤੇ ਉਹਨਾਂ ਦੇ ਬਾਲ ਡੰਗਰ ਨੂੰ ਵੱਢ ਸੁੱਟਿਆ। ਇਹ ਸਭ ਤੋਂ ਉਹਨਾਂ ਦਾ ਖੂਨ ਕੀਤਾ। ਇਹ ਸਭ ਤੋਂ ਵੱਡਾ ਪਾਪ ਸੀ। ਔਰ ਇਸ ਦੇ ਕਰਕੇ ਕਲਾਮ 'ਚ ਲਿਖਿਆ, ਵਚਨ ਵਿੱਚ ਲਿਖਿਆ, ਇਹਦਾ ਨਾਮ ਪਰਮੇਸ਼ਵਰ ਦੀ ਉਸ ਜੀਵਨ ਦੀ ਪੋਥੀ ਵਿੱਚੋਂ ਕੱਢ ਦਿੱਤਾ ਗਿਆ। ਇਸ ਕਰਕੇ ਬੀ ਕੇਅਰਫੁਲ। ਔਰ ਖੁਦਾ ਦੇ ਦਾਸਾਂ ਦੇ ਵਿਰੁੱਧ ਬੋਲਣਾ, ਖੁਦਾ ਦੇ ਦਾਸਾਂ ਦੇ ਵਿਰੋਧ ਵਿੱਚ ਉੱਠਣਾ, ਇਹ ਬਹੁਤ ਜ਼ਿਆਦਾ ਕਹਿ ਲਓ ਕਿ ਬਹੁਤ ਜ਼ਿਆਦਾ ਘਿਨਾਉਣਾ ਹੋ ਸਕਦਾ, ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ। ਇਸ ਕਰਕੇ ਬੀ ਕੇਅਰਫੁਲ। ਔਰ ਐਸੇ ਕਰੈਕਟਰਾਂ ਨੂੰ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਸਾਨੂੰ ਪਰਮੇਸ਼ਵਰ ਬੁੱਧ ਬਖਸ਼ੇ, ਸਾਨੂੰ ਸਮਝ ਬਖਸ਼ੇ, ਤਾਂ ਕਿ ਅਸੀਂ ਖੁਦਾ 'ਚ ਵੱਧਦੇ ਜਾਈਏ। ਤਾਂ ਤੁਹਾਨੂੰ ਬਹੁਤ ਬਲੈਸ ਕਰੇ। ਅਗਲੇ ਕਰੈਕਟਰ, ਚੌਥਾ ਲਾਸਟ ਕਰੈਕਟਰ ਲਈ ਫਿਰ ਮਿਲਾਂਗੇ। ਖੁਦਾ ਤੁਹਾਨੂੰ ਬਹੁਤ ਬਰਕਤ ਦੇ। ਤਦ ਤੱਕ ਗॉड ਬਲੈਸ ਯੂ। ਮੈਂ ਤੁਹਾਡੇ ਵਾਸਤੇ ਦੁਆ ਕਰਦਾ। ਪ੍ਰਭੂ ਪਰਮੇਸ਼ਵਰ ਦੁਆ ਕਰਦੇ ਹਾਂ, ਖੁਦਾ ਜਿਨ੍ਹਾਂ ਲੋਕਾਂ ਨੇ ਅੱਜ ਦਾ ਵਚਨ ਸੁਣਿਆ, ਔਰ ਖੁਦਾ ਇਹਨਾਂ ਨੂੰ ਬਲੈਸ ਕਰ, ਵੱਡੀ ਕਿਰਪਾ ਕਰ। ਮੈਂ ਪ੍ਰਾਰਥਨਾ ਕਰਦਾ ਪਰਮੇਸ਼ਵਰ ਖੁਦਾ, ਇਹ ਦੋਏ ਨੇ ਜਿਹੜੀਆਂ ਗਲਤੀਆਂ ਕੀਤੀਆਂ, ਬੇਸ਼ੱਕ ਇੰਟੈਲੀਜੈਂਟ ਸੀ, ਬੇਸ਼ੱਕ ਇਹ ਆਪਣੇ ਆਪ 'ਚ ਕਹਿੰਦਾ ਕਿ ਹੁੰਦਾ ਸਕਾਲਰ ਸੀ, ਲੇਕਿਨ ਖੁਦਾਵੰਦ ਇਹਨੇ ਪ੍ਰਭੂ ਤੇਰੇ ਦਾਸ ਦੇ ਵਿਰੁੱਧ, ਪ੍ਰਭੂ ਤੇਰੇ ਜਾਜਕ ਦੇ ਵਿਰੁੱਧ ਹਾਮੀ ਭਰੀ, ਝੂਠਾ ਇਲਜ਼ਾਮ ਲਗਾਇਆ। ਔਰ ਦੂਸਰਾ ਖੁਦਾ, ਇਹਨੇ ਤੇਰੇ ਜਾਜਕਾਂ ਦਾ, ਉਹਨਾਂ ਦੇ ਬੱਚਿਆਂ ਦਾ, ਔਰਤਾਂ ਦਾ ਕਤਲ ਕੀਤਾ, ਜਿਸ ਦੇ ਕਰਕੇ ਪ੍ਰਭੂ ਤੂੰ ਇਹਦਾ ਨਾਮ ਉਸ ਜੀਵਨ ਦੀ ਪੋਥੀ ਵਿੱਚੋਂ ਕੱਟ ਦਿੱਤਾ। ਪਰਮੇਸ਼ਵਰ ਖੁਦਾ, ਹੁਣ ਦੇ ਕਿ ਖੁਦਾਵੰਦ ਖੁਦਾ, ਅਗਰ ਕੋਈ ਐਸਾ ਹੈ ਜਿਹੜਾ ਇਸ ਬੱਚੇ ਨੂੰ ਸੁਣ ਰਿਹਾ ਹੈ, ਜੋ ਤੇਰੇ ਦਾਸਾਂ ਦੇ ਖਿਲਾਫ ਹੈ, ਜੋ ਤੇਰੇ ਦਾਸਾਂ ਦੇ ਖਿਲਾਫ ਬੋਲਦਾ ਹੈ ਜਾਂ ਉਹਨਾਂ ਦੇ ਵਿਰੁੱਧ ਸੋਚਦਾ ਹੈ, ਤੇ ਖੁਦਾ ਤੂੰ ਉਹਦਾ ਜੀਵਨ ਅੱਜ ਬਦਲ ਦੇ, ਤਾਂ ਕਿ ਪਰਮੇਸ਼ਵਰ ਕਿਸੇ ਨੂੰ ਕੋਈ ਵੀ ਖੁਦਾ ਐਸੀ ਸਜ਼ਾ ਦਾ ਕੋਈ ਭਾਗੀਦਾਰ ਨਾ ਹੋ ਸਕੇ। ਵੱਡੀ ਕਿਰਪਾ ਕਰੋ, ਬਲੈਸ ਕਰੋ, ਯੀਸ਼ੂ ਮਸੀਹ ਕੇ ਨਾਮ, ਆਮੀਨ। ਗॉड ਬਲੈਸ ਯੂ। ਖੁਦਾ ਤੁਹਾਨੂੰ ਬਲੈਸ